ਇਸ ਵੀਡੀਓ 'ਚ ਕਰਨ ਵਾਲੇ ਹਾਂ ਕਲਾਸ 12ਵੀਂ ਵਿਸ਼ਾ ਹੈ ਸਮਾਜ ਸ਼ਾਸਤਰ ਅਤੇ 2024 ਦਾ ਤੁਹਾਡਾ ਜੋ ਫਰਵਰੀ ਵਿੱਚ ਹੋਣ ਵਾਲੇ ਫਾਈਨਲ ਈਅਰ ਦੇ ਐਗਜ਼ਾਮ ਹਨ ਉਹਨਾਂ ਦੀ ਤਿਆਰੀ ਕਰਨ ਵਾਲੇ ਹਾਂ। ਤਾਂ ਵੀਡੀਓ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ। ਇਸ ਨਾਲ ਫਿਊਚਰ 'ਚ ਅਸੀਂ ਵੀਡੀਓ ਅਪਲੋਡ ਕਰਾਂਗੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੂਗੀ। ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰ ਲੈਂਦੇ ਹਾਂ। ਤਾਂ ਸਭ ਤੋਂ ਪਹਿਲਾਂ ਇੱਥੇ ਭਾਗ ਊੜਾ ਵਿੱਚ ਮਿਲ ਜਾਵੇਗਾ ਬਹੁ ਵਿਕਲਪੀ ਪ੍ਰਸ਼ਨ। ਤਾਂ ਪਹਿਲਾ ਪ੍ਰਸ਼ਨ ਹੈ, ਸੰਸਾਰ ਵਿੱਚ ਕਬਾਇਲੀ ਸਮਾਜ ਦੀ ਜਨਸੰਖਿਆ ਕਿਸ ਦੇਸ਼ ਵਿੱਚ ਜ਼ਿਆਦਾ ਹੈ? ਤਾਂ ਇੱਥੇ 4 ਆਪਸ਼ਨਾਂ ਮਿਲ ਜਾਂਦੀਆਂ ਹਨ। ਤਾਂ ਊੜਾ ਨੰਬਰ ਆਪਸ਼ਨ ਭਾਰਤ ਸਹੀ ਹੈ, ਤਾਂ ਇਸ 'ਤੇ ਟਿਕ ਲੱਗੀ ਵੀ ਮਿਲ ਜਾਵੇਗੀ ਤੁਹਾਨੂੰ। ਨੰਬਰ 2, ਟਰਾਈਬ ਸ਼ਬਦ ਤੋਂ ਕੀ ਭਾਵ ਹੈ? ਤਾਂ ਟਰਾਈਬ ਸ਼ਬਦ ਦਾ ਭਾਵ ਹੁੰਦਾ ਹੈ ਆੜਾ ਆਪਸ਼ਨ ਜੋ ਕਿ ਹੈ ਸਮੂਹ। ਨੰਬਰ 3, ਫਸਲਾਂ ਦੀ ਉਪਜ, ਨਵੀਆਂ ਤਕਨੀਕਾਂ ਅਤੇ ਉੱਚ ਕੁਆਲਿਟੀ ਦੇ ਬੀਜ ਕਿਸ ਕ੍ਰਾਂਤੀ ਨਾਲ ਸੰਬੰਧਿਤ ਹਨ? ਤਾਂ ਇਸ ਦਾ ਆਨਸਰ ਆਵੇਗਾ ਸੱਸਾ ਹਰੀ ਕ੍ਰਾਂਤੀ। ਨੰਬਰ 4, ਪੇਂਡੂ ਸਮਾਜ ਦੀ ਪ੍ਰਮੁੱਖ ਆਰਥਿਕ ਸਮੱਸਿਆ ਕਿਹੜੀ ਹੈ? ਤਾਂ ਇਸ ਦਾ ਆਨਸਰ ਆਵੇਗਾ ਊੜਾ ਆਪਸ਼ਨ ਕਰਜ਼ਦਾਰੀ। ਤਾਂ ਇਸ ਤੋਂ ਅੱਗੇ ਮਿਲੇਗਾ ਨੰਬਰ 5 ਵਿੱਚ ਮਿਲ ਜਾਵੇਗਾ ਪਿੰਡਾਂ ਵਿੱਚ ਸ਼ਹਿਰਾਂ ਵੱਲ ਦੇ ਪ੍ਰਵਾਸ ਨੂੰ ਕੀ ਕਹਿੰਦੇ ਹਨ? ਤਾਂ ਇਸ ਦਾ ਆਨਸਰ ਆਵੇਗਾ ਸੱਸਾ ਆਪਸ਼ਨ ਸ਼ਹਿਰੀਕਰਨ। ਨੰਬਰ 6, ਕਿਸ ਇਤਿਹਾਸਕਾਰ ਨੇ ਜਾਤੀ ਸਥਿਰ ਨਹੀਂ ਹੈ? ਤਾਂ ਇਸ ਦਾ ਆਨਸਰ ਆਵੇਗਾ ਊੜਾ ਆਪਸ਼ਨ ਰੋਮੀਲਾ ਥਾਪਰ। ਪ੍ਰਸ਼ਨ ਨੰਬਰ 7, ਜਿਨ੍ਹਾਂ ਲੋਕਾਂ ਕੋਲ ਸਾਧਨਾਂ 'ਤੇ ਵੱਡੇ ਪੱਧਰ 'ਤੇ ਕਬਜ਼ਾ ਹੁੰਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਊੜਾ ਆਪਸ਼ਨ ਪੂੰਜੀਪਤੀ। ਪ੍ਰਸ਼ਨ ਨੰਬਰ 8, ਲਿੰਗ ਅਨੁਪਾਤ ਤੋਂ ਤੁਹਾਡਾ ਕੀ ਭਾਵ ਹੈ? ਇਸ ਦਾ ਆਨਸਰ ਆਵੇਗਾ ਊੜਾ ਆਪਸ਼ਨ 1000 ਪੁਰਸ਼ਾਂ ਪਿੱਛੇ ਇਸਤਰੀਆਂ ਦੀ ਸੰਖਿਆ। ਨੰਬਰ 9, ਸਮਾਜ ਵਿਗਿਆਨ ਦਾ ਪਿਤਾਮਾ ਕਿਸ ਨੂੰ ਕਿਹਾ ਗਿਆ ਹੈ? ਤਾਂ ਇਸ ਦਾ ਆਨਸਰ ਆਵੇਗਾ ਆੜਾ ਆਪਸ਼ਨ ਕਾਰਲ ਮਾਰਕਸ। ਨੰਬਰ 10, ਵਿਸ਼ਵੀਕਰਨ ਦਾ ਅਰਥ ਹੈ? ਆੜਾ ਆਪਸ਼ਨ ਤਕਨੀਕ ਨਾਲ ਆਸਾਨੀ ਨਾਲ ਆਦਾਨ ਪ੍ਰਦਾਨ। ਨੰਬਰ 11, ਬਾਹਰੀ ਕੰਮ ਤੋਂ ਕੀ ਭਾਵ ਹੈ? ਤਾਂ ਇਸ ਦਾ ਆਨਸਰ ਹੋਵੇਗਾ ਆੜਾ ਆਪਸ਼ਨ ਵਿਦੇਸ਼ ਜਾ ਕੇ ਕੰਮ ਕਰਨਾ। ਨੰਬਰ 12, ਆਧੁਨਿਕੀਕਰਨ ਦਾ ਭਾਵ ਹੈ? ਤਾਂ ਇਸ ਦਾ ਆਨਸਰ ਆਵੇਗਾ ਊੜਾ ਆਪਸ਼ਨ ਆਧੁਨਿਕੀਕਰਨ ਜੀਵਨ ਦੇ ਤਰੀਕੇ ਅਤੇ ਕਦਰਾਂ ਕੀਮਤਾਂ ਅਪਣਾਉਣਾ। ਤਾਂ ਇਸ ਤੋਂ ਅੱਗੇ ਨਿੱਜੀਕਰਨ ਤੋਂ ਕੀ ਭਾਵ ਹੈ? ਊੜਾ ਆਪਸ਼ਨ ਸਰਕਾਰੀ ਅਦਾਰਿਆਂ ਵਿੱਚ ਪ੍ਰਾਈਵੇਟ ਹਿੱਸੇਦਾਰੀ। ਵਿਸ਼ਵੀਕਰਨ ਤੋਂ ਕੀ ਭਾਵ ਹੈ? ਇਸ ਦਾ ਆਨਸਰ ਹੋਵੇਗਾ ਊੜਾ ਆਪਸ਼ਨ ਅੰਤਰਰਾਸ਼ਟਰੀ ਪ੍ਰਭਾਵ ਵਿਕਸਿਤ ਕਰਨ ਦੀ ਪ੍ਰਕਿਰਿਆ। ਤਾਂ ਇਸ ਤੋਂ ਅੱਗੇ ਮਿਲੇਗਾ ਨੰਬਰ 15, ਸੱਤਿਆਸ਼ੋਧਕ ਅੰਦੋਲਨ ਦੇ ਪ੍ਰਤੀਨਿਧੀ ਕੌਣ ਸਨ? ਇਸ ਦਾ ਆਨਸਰ ਹੋਵੇਗਾ ਊੜਾ ਆਪਸ਼ਨ ਜੋਤੀ ਰਾਓ ਫੂਲੇ। ਨੰਬਰ 16, ਹੇਠ ਲਿਖਿਆਂ ਵਿੱਚੋਂ ਕਿਹੜਾ ਜਾਤੀ ਅੰਦੋਲਨ ਨਹੀਂ ਹੈ? ਤਾਂ ਇਸ ਦਾ ਆਨਸਰ ਆਵੇਗਾ ਊੜਾ ਆਪਸ਼ਨ ਮਹਾਰ ਅੰਦੋਲਨ। ਨੰਬਰ 17, ਤੰਬਾਕੂ ਦਾ ਸੇਵਨ ਕਿਸ ਪ੍ਰਕਾਰ ਦੀ ਬਿਮਾਰੀ ਨੂੰ ਸੱਦਾ ਦੇਣਾ ਹੈ? ਤਾਂ ਇਸ ਦਾ ਆਨਸਰ ਆਵੇਗਾ ਊੜਾ ਆਪਸ਼ਨ ਕੈਂਸਰ ਨਾਲ ਮੌਤ। ਨੰਬਰ 18, ਪੰਜਾਬ ਵਿੱਚ ਲਿੰਗ ਅਨੁਪਾਤ ਸਭ ਤੋਂ ਘੱਟ ਕਿਹੜੇ ਜ਼ਿਲ੍ਹੇ ਵਿੱਚ ਹੈ? ਤਾਂ ਇਸ ਦਾ ਆਨਸਰ ਆਵੇਗਾ ਆੜਾ ਆਪਸ਼ਨ ਬਠਿੰਡਾ। ਪ੍ਰਸ਼ਨ 19, ਕਿਹੜੇ ਸਮਾਜਿਕ ਮਾਡਲ ਨੇ ਅਸਮਰਥਾ ਨਾਲ ਸੰਬੰਧਿਤ ਵਿਅਕਤੀਆਂ ਦੇ ਸਮਾਨ ਅਵਸਰਾਂ ਦਾ ਅਧਿਕਾਰਾਂ ਨੂੰ ਸਵੀਕਾਰਿਆ ਹੈ? ਤਾਂ ਇਸ ਦਾ ਆਨਸਰ ਆਵੇਗਾ ਈਡੀ ਆਪਸ਼ਨ ਅਸਮਰਥ ਵਿਅਕਤੀਆਂ ਦੁਆਰਾ ਕੀਤੀ ਰਾਜਨੀਤੀ। ਨੰਬਰ 20, ਪਰਿਵਾਰ ਵਿੱਚ ਨੌਜਵਾਨਾਂ ਦੁਆਰਾ ਬਿਰਧ ਵਿਅਕਤੀਆਂ ਨੂੰ ਸੱਤਾ ਦੇਣ 'ਤੇ ਸਮਾਜ ਵਿੱਚ ਕੀ ਸਥਿਤੀ ਪੈਦਾ ਹੋਵੇਗੀ? ਤਾਂ ਇਸ ਦਾ ਆਨਸਰ ਆਵੇਗਾ ਸੱਸਾ ਆਪਸ਼ਨ ਸੰਘਰਸ਼। ਤਾਂ ਇਸ ਤੋਂ ਅੱਗੇ ਮਿਲੇਗਾ ਭਾਗ ਆੜਾ। ਤਾਂ ਭਾਗ ਆੜੇ ਵਿੱਚ ਮਿਲ ਜਾਣਗੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਕੋਈ 10 ਪ੍ਰਸ਼ਨ ਕਰਨੇ ਹੋਣਗੇ। ਤਾਂ ਇੱਥੇ ਜੋ ਪਹਿਲੇ 10 ਹਨ ਤਾਂ ਇਹ ਅਸੀਂ ਕੀਤੇ ਹਨ। ਤਾਂ ਪਹਿਲਾ ਪ੍ਰਸ਼ਨ ਹੈ, ਕਬਾਇਲੀ ਸਮਾਜ ਦੀਆਂ 3 ਵਿਸ਼ੇਸ਼ਤਾਵਾਂ ਲਿਖੋ। ਤਾਂ ਕਬਾਇਲੀ ਸਮਾਜ ਦੀਆਂ ਵਿਸ਼ੇਸ਼ਤਾਵਾਂ ਹਨ ਸਾਂਝਾ ਨਾਂ, ਸਮਰੂਪੀ ਸਮਾਜ, ਅੰਤਰਵਿਆਹੀ ਸਮੂਹ। ਕਬਾਇਲੀ ਸਮਾਜ ਦੀਆਂ ਵਿਸ਼ੇਸ਼ਤਾਵਾਂ ਹਨ ਤਾਂ ਇਸ ਬਾਰੇ ਹੋਰ ਵੀ ਜਾਣ ਲੈਂਦੇ ਹਾਂ। ਸਾਂਝਾ ਨਾਂ ਵਿੱਚ ਹੋਵੇਗਾ ਹਰੇਕ ਕਬੀਲੇ ਦਾ ਆਪਣਾ ਵਿਸ਼ੇਸ਼ ਨਾਮ ਹੁੰਦਾ ਹੈ, ਜਿਵੇਂ ਗਾਰੋ, ਖਾਸੀ, ਨਾਗਾ, ਸਤਾਲ, ਮੁੰਡਾ, ਕੋਟਾ ਆਦਿ। ਸਮਰੂਪੀ ਸਮਾਜ ਵਿੱਚ ਹੋਵੇਗਾ ਕਬਾਇਲੀ ਸਮਾਜ ਭਾਸ਼ਾ, ਧਰਮ, ਸੱਭਿਆਚਾਰਕ ਅਤੇ ਆਰਥਿਕ ਤੌਰ 'ਤੇ ਸਮਰੂਪ ਹੁੰਦੇ ਹਨ। ਤਾਂ ਇਸ ਤੋਂ ਅੱਗੇ ਮਿਲੇਗਾ ਅੰਤਰਵਿਆਹੀ ਸਮੂਹ। ਕਬੀਲਿਆਂ ਵਿੱਚ ਸਾਰੇ ਮੈਂਬਰ ਆਪਣੇ ਹੀ ਕਬੀਲਿਆਂ ਵਿੱਚ ਵਿਆਹ ਕਰਦੇ ਹਨ, ਜਿਸ ਕਰਕੇ ਇਸ ਨੂੰ ਅੰਤਰਵਿਆਹੀ ਸਮੂਹ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 2, ਸਤਾਲ ਕਬੀਲੇ ਤੋਂ ਕੀ ਭਾਵ ਹੈ?
ਤਾਂ ਇਸ ਦਾ ਆਨਸਰ ਹੋਵੇਗਾ ਸਤਾਲ ਭਾਰਤ ਦਾ ਸਭ ਤੋਂ ਵੱਡਾ ਕਬੀਲਾ ਹੈ। ਇਹ ਬਿਹਾਰ, ਪੱਛਮੀ ਬੰਗਾਲ, ਝਾਰਖੰਡ ਤੇ ਉੜੀਸਾ ਵਿੱਚ ਪਾਏ ਜਾਂਦੇ ਹਨ। ਇਹ ਲੋਕ ਸੂਰਜ ਦੀ ਪੂਜਾ ਕਰਦੇ ਹਨ। ਫਸਲਾਂ ਕਟਾਈ ਦੇ ਮੌਕੇ 'ਤੇ ਸੋਹਰਾਈ ਇਹਨਾਂ ਦਾ ਪ੍ਰਮੁੱਖ ਤਿਉਹਾਰ ਹੈ। ਪ੍ਰਸ਼ਨ ਨੰਬਰ 3, ਵਿਸਥਾਪਨ ਤੋਂ ਤੁਸੀਂ ਕੀ ਸਮਝਦੇ ਹੋ? ਵਿਸਥਾਪਨ ਤੋਂ ਭਾਵ ਜਨਸੰਖਿਆ ਦੇ ਇੱਕ ਭਾਗ ਦਾ ਇੱਕ ਸਥਾਨ ਤੋਂ ਦੂਸਰੇ ਸਥਾਨ ਉੱਤੇ ਜਾ ਕੇ ਵਸਣਾ ਹੈ। ਵਿਸਥਾਪਨ ਕਬਾਇਲੀ ਸਮਾਜ ਲਈ ਇੱਕ ਪ੍ਰਮੁੱਖ ਸਮੱਸਿਆ ਹੈ। ਉਦਯੋਗੀਕਰਨ ਤੇ ਸ਼ਹਿਰੀਕਰਨ ਦੇ ਕਾਰਨ ਕਬਾਇਲੀ ਵਿਅਕਤੀਆਂ ਨੂੰ ਇੱਕ ਤਾਂ ਆਪਣੀ ਜੱਦੀ ਥਾਂ ਤੋਂ ਦੂਰ ਜਾਣਾ ਪੈਂਦਾ ਹੈ। ਦੂਜਾ, ਮੁਆਵਜ਼ੇ ਦੇ ਤੌਰ ਉੱਤੇ ਵੀ ਉਹਨਾਂ ਨੂੰ ਘੱਟ ਪੈਸੇ ਦਿੱਤੇ ਜਾਂਦੇ ਹਨ। ਪ੍ਰਸ਼ਨ ਨੰਬਰ 4, ਪੇਂਡੂ ਕਰਜ਼ ਦੇ ਕੋਈ 2 ਕਾਰਨ ਲਿਖੋ। ਤਾਂ ਇਸ ਦਾ ਆਨਸਰ ਹੋਵੇਗਾ ਗਰੀਬੀ, ਜੱਦੀ ਕਰਜ਼ੇਦਾਰੀ, ਮੁਕੱਦਮੇਬਾਜ਼ੀ, ਖੇਤੀ ਦਾ ਪਛੜਨਾ, ਵਾਧੂ ਖਰਚ, ਸ਼ਾਹੂਕਾਰਾਂ ਦੀ ਧਾਂਦਲੀ ਆਦਿ ਪੇਂਡੂ ਕਰਜ਼ੇ ਦੇ ਮੁੱਖ ਕਾਰਨ ਹਨ। ਪ੍ਰਸ਼ਨ ਨੰਬਰ 5, ਹਰੀ ਕ੍ਰਾਂਤੀ ਕੀ ਹੈ? ਤਾਂ ਇਸ ਦਾ ਆਨਸਰ ਹੋਵੇਗਾ ਹਰੀ ਕ੍ਰਾਂਤੀ ਦੀ ਸ਼ੁਰੂਆਤ 1960 ਦੇ ਦਹਾਕੇ ਵਿੱਚ ਭਾਰਤ ਵਿੱਚ ਭੋਜਨ ਉਤਪਾਦਨ ਨੂੰ ਵਧਾਉਣ ਦੇ ਮੰਤਵ ਨਾਲ ਫਸਲਾਂ ਦੀਆਂ ਉੱਚ ਪੈਦਾਵਾਰ ਦੀਆਂ ਕਿਸਮਾਂ ਤੇ ਆਧੁਨਿਕ ਖੇਤੀਬਾੜੀ ਤਕਨੀਕਾਂ ਦੀ ਵਰਤੋਂ ਨਾਲ ਹੋਈ। ਪ੍ਰਸ਼ਨ ਨੰਬਰ 6, ਗੈਰ ਕਾਸ਼ਤਕਾਰੀ ਕਿੱਤਿਆਂ ਦੀ ਚਰਚਾ ਕਰੋ। ਉਹ ਕੰਮ ਧੰਦੇ ਜਿਹੜੇ ਖੇਤੀ ਨਾਲ ਸਿੱਧੇ ਰੂਪ ਨਾਲ ਸੰਬੰਧਿਤ ਨਹੀਂ ਹੁੰਦੇ, ਉਹਨਾਂ ਨੂੰ ਗੈਰ ਕਾਸ਼ਤਕਾਰੀ ਕਿੱਤੇ ਕਿਹਾ ਜਾਂਦਾ ਹੈ। ਅਜਿਹੇ ਕੰਮ ਧੰਦੇ ਸ਼ਹਿਰਾਂ ਵਿੱਚ ਮਿਲ ਜਾਂਦੇ ਹਨ ਜਿੱਥੇ 75% ਤੋਂ ਵੱਧ ਜਨਸੰਖਿਆ ਇਹਨਾਂ ਕੰਮਾਂ ਵਿੱਚ ਲੱਗੀ ਹੁੰਦੀ ਹੈ, ਜਿਵੇਂ ਨੌਕਰੀਆਂ, ਉਦਯੋਗ ਆਦਿ। ਪ੍ਰਸ਼ਨ ਨੰਬਰ 7, ਜਾਤੀ ਵਿਵਸਥਾ ਕੀ ਹੈ? ਤਾਂ ਇਸ ਦਾ ਆਨਸਰ ਹੋਵੇਗਾ ਜਾਤੀ ਪਰਿਵਾਰਾਂ ਦਾ ਜੁੱਟ ਜਾਂ ਸਮੂਹ ਹੈ ਜਿਨ੍ਹਾਂ ਦਾ ਨਾਂ ਵੰਸ਼ ਇੱਕ ਮਿਥਿਹਾਸਿਕ ਪੂਰਵਜ ਤੋਂ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਉਹ ਖਾਨਦਾਨੀ ਰਵਾਇਤਾਂ ਨੂੰ ਅਪਣਾਉਂਦੇ ਹਨ, ਜਿਸ ਨਾਲ ਉਹ ਸਮਜਾਤੀ ਸਮੁਦਾਇ ਨੂੰ ਜਨਮ ਦਿੰਦੇ ਹਨ। ਪ੍ਰਸ਼ਨ ਨੰਬਰ 8, ਵਰਗ ਤੋਂ ਤੁਸੀਂ ਕੀ ਸਮਝਦੇ ਹੋ? ਤਾਂ ਇਸ ਦਾ ਆਨਸਰ ਹੋਵੇਗਾ ਵਰਗ ਨੂੰ ਆਮ ਤੌਰ 'ਤੇ ਸਮਾਜਿਕ ਵਰਗ ਵਜੋਂ ਜਾਣਿਆ ਜਾਂਦਾ ਹੈ। ਉਹ ਗੁਲਾਮੀ, ਰੁਤਬਾ, ਜਾਗੀਰਦਾਰੀ ਅਤੇ ਜਾਤ ਦੇ ਵਾਂਗ ਸਤਰੀਕਰਨ ਦੀ ਇੱਕ ਕਿਸਮ ਹੈ। ਪ੍ਰਸ਼ਨ ਨੰਬਰ 9, ਲਿੰਗ ਅਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ? ਤਾਂ ਇਸ ਦੇ ਨਾਲ ਹੀ ਤੁਹਾਨੂੰ ਪ੍ਰਸ਼ਨ ਮਿਲ ਜਾਵੇਗਾ ਪੱਛਮੀਕਰਨ ਤੋਂ ਤੁਹਾਡਾ ਕੀ ਭਾਵ ਹੈ। ਇਹ ਦੋਨੇ ਪ੍ਰਸ਼ਨ ਦਾ ਉੱਤਰ ਤੁਹਾਨੂੰ ਨੀਚੇ ਲਿਖਿਆ ਮਿਲ ਜਾਵੇਗਾ। ਲਿੰਗ ਅਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ, ਉਸ ਪ੍ਰਸ਼ਨ ਦਾ ਉੱਤਰ ਇੱਥੇ ਲਿਖਿਆ ਮਿਲ ਜਾਵੇਗਾ। ਸਾਡੇ ਸਮਾਜ ਵਿੱਚ ਲਿੰਗ ਦੇ ਆਧਾਰ 'ਤੇ ਆਦਮੀ ਤੇ ਔਰਤ ਵਿਚਕਾਰ ਭੇਦਭਾਵ ਹੁੰਦਾ ਹੈ। ਆਦਮੀਆਂ ਨੂੰ ਹਰੇਕ ਪ੍ਰਕਾਰ ਦੇ ਅਧਿਕਾਰ ਮਿਲਦੇ ਹਨ ਅਤੇ ਔਰਤਾਂ ਨੂੰ ਚਾਹੇ ਸੰਵਿਧਾਨ ਨੇ ਸਾਰੇ ਅਧਿਕਾਰ ਦਿੱਤੇ ਹਨ, ਪਰ ਅਸਲ ਵਿੱਚ ਨਹੀਂ ਦਿੱਤੇ ਜਾਂਦੇ। ਇਹੀ ਲਿੰਗ ਵਰਗ ਅਸਮਾਨਤਾ ਹੈ, ਪਰ ਜੇਕਰ ਇਹ ਅਧਿਕਾਰ ਦਿੱਤੇ ਜਾਣ ਤਾਂ ਲਿੰਗ ਵਰਗ ਸਮਾਨਤਾ ਹੋਵੇਗੀ। ਤਾਂ ਲਾਸਟ ਪ੍ਰਸ਼ਨ ਸੀ 10 ਨੰਬਰ ਪ੍ਰਸ਼ਨ, ਜੋ ਕਿ ਪੱਛਮੀਕਰਨ ਤੋਂ ਤੁਹਾਡਾ ਕੀ ਭਾਵ ਹੈ। ਤਾਂ ਇਸ ਦਾ ਆਨਸਰ ਵੀ ਤੁਹਾਨੂੰ ਇੱਥੇ ਲਿਖਿਆ ਮਿਲ ਜਾਵੇਗਾ। ਪੱਛਮੀਕਰਨ ਉਸ ਪਰਿਵਰਤਨ ਦਾ ਨਾਮ ਹੈ ਜਿਸ ਵਿੱਚ ਅੰਗਰੇਜ਼ਾਂ ਨੇ ਭਾਰਤ ਉੱਤੇ ਕੀਤੇ 150 ਸਾਲ ਦੇ ਰਾਜ ਸਮੇਂ ਭਾਰਤੀਆਂ ਦੇ ਸਮਾਜਿਕ ਜੀਵਨ ਦੇ ਵੱਖ-ਵੱਖ ਪੱਧਰਾਂ, ਜਿਵੇਂ ਤਕਨੀਕ, ਸੰਸਥਾਵਾਂ, ਵਿਚਾਰਧਾਵਾਂ, ਕਦਰਾਂ ਕੀਮਤਾਂ ਆਦਿ ਉੱਤੇ ਹੌਲੀ-ਹੌਲੀ ਪ੍ਰਭਾਵ ਪਾਇਆ। ਤਾਂ ਭਾਗ ਆੜਾ ਹੋ ਚੁੱਕਿਆ ਹੈ, ਕਿਉਂਕਿ ਇਹਨਾਂ ਵਿੱਚੋਂ ਤੁਹਾਨੂੰ ਕੋਈ 10 ਪ੍ਰਸ਼ਨ ਕਰਨ ਨੂੰ ਕਿਹਾ ਸੀ, ਤਾਂ ਆਪਾਂ ਪਹਿਲੇ 10 ਪ੍ਰਸ਼ਨ ਕਰ ਚੁੱਕੇ ਹਾਂ। ਲਾਸਟ ਪ੍ਰਸ਼ਨ ਕੀਤਾ ਸੀ ਪੱਛਮੀਕਰਨ ਤੋਂ ਤੁਹਾਡਾ ਕੀ ਭਾਵ ਹੈ। ਤਾਂ ਇਸ ਤੋਂ ਅੱਗੇ ਤੁਹਾਨੂੰ ਮਿਲੇਗਾ ਭਾਗ ਈੜੀ। ਤਾਂ ਇੱਥੇ ਤੁਹਾਨੂੰ ਮਿਲ ਜਾਵੇਗਾ ਇੱਕ ਪੈਰਾ। ਤਾਂ ਇਸ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਨੀਚੇ ਲੱਭੇ ਕੇ ਕਰਨੇ ਹਨ। ਤਾਂ ਪਹਿਲਾ ਪ੍ਰਸ਼ਨ ਹੈ, ਬਿਰਧ ਅਵਸਥਾ ਵਿੱਚ ਵਿਅਕਤੀ ਨਾਲ ਕੀ ਵਾਪਰਦਾ ਹੈ। ਤਾਂ ਇਸ ਦਾ ਉੱਤਰ ਤੁਹਾਨੂੰ ਉੱਪਰ ਟਿਕ ਲੱਗਿਆ ਮਿਲ ਜਾਵੇਗਾ। ਬਿਰਧ ਅਵਸਥਾ ਵਿੱਚ ਪੈਰ ਰੱਖਣ ਲੱਗਿਆ ਜ਼ਿਆਦਾਤਰ ਲੋਕ ਬਹੁਤ ਘੱਟ ਜਾਂ ਬਿਲਕੁਲ ਵੀ ਜਾਗਰੂਕ ਨਹੀਂ ਹੁੰਦੇ। ਉਹਨਾਂ ਨਾਲ ਕੀ ਹੋਣ ਵਾਲਾ ਹੈ। ਭਾਰਤ ਵਿੱਚ ਰਸਮੀ ਤੌਰ 'ਤੇ ਵੱਡੀ ਉਮਰਾਂ ਦੇ ਲੋਕਾਂ ਲਈ ਜਾਗਰੂਕ ਪ੍ਰੋਗਰਾਮਾਂ ਦੀ ਕਮੀ ਬਹੁਤ ਜ਼ਿਆਦਾ ਹੈ। ਤਾਂ ਇਸ ਦੇ ਨਾਲ ਹੀ ਤੁਹਾਨੂੰ 2 ਨੰਬਰ ਪ੍ਰਸ਼ਨ ਮਿਲੇਗਾ, ਭਾਰਤ ਵਿੱਚ ਕਿੰਨੀ ਉਮਰ ਦੇ ਵਿਅਕਤੀ ਨੂੰ ਸੀਨੀਅਰ ਨਾਗਰਿਕ ਗਿਣਿਆ ਜਾਂਦਾ ਹੈ। ਤਾਂ ਇਸ ਦਾ ਆਨਸਰ ਆਵੇਗਾ 60 ਸਾਲ। ਪ੍ਰਸ਼ਨ ਨੰਬਰ 3, ਬਿਰਧ ਅਵਸਥਾ ਦੇ ਕੀ ਸੰਕੇਤ ਹਨ। ਤਾਂ ਇਸ ਦਾ ਆਨਸਰ ਤੁਹਾਨੂੰ ਨੀਚੇ ਲਿਖਿਆ ਮਿਲ ਜਾਵੇਗਾ। ਵਿਅਕਤੀ ਨੂੰ ਘੱਟ ਸੁਣਨ ਲੱਗਦਾ ਹੈ, ਵਾਲ ਝੜਨ ਲੱਗ ਜਾਂਦੇ ਹਨ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ,
ਸਰੀਰ 'ਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤਾਂ ਇਸ ਤੋਂ ਅੱਗੇ ਤੁਹਾਨੂੰ ਮਿਲ ਜਾਵੇਗਾ ਇੱਕ ਹੋਰ ਪੈਰਾ। ਤਾਂ ਨੀਚੇ ਦਿੱਤੇ ਗਏ ਪ੍ਰਸ਼ਨਾਂ ਦੇ ਇਸ ਵਿੱਚੋਂ ਹੀ ਲੱਭ ਕੇ ਉੱਤਰ ਦੇਣੇ ਹਨ। ਤਾਂ ਪਹਿਲਾ ਪ੍ਰਸ਼ਨ ਹੈ, ਆਧੁਨਿਕੀਕਰਨ ਤੋਂ ਤੁਹਾਡਾ ਕੀ ਭਾਵ ਹੈ? ਤਾਂ ਇੱਥੇ 1 ਨੰਬਰ ਪਾ ਕੇ ਇਸ ਦਾ ਉੱਤਰ ਮਿਲ ਜਾਵੇਗਾ। ਆਧੁਨਿਕੀਕਰਨ ਤੋਂ ਭਾਵ ਜਿਉਣ ਦੇ ਨਵੇਂ ਤਰੀਕੇ, ਧਾਰਨਾਵਾਂ ਅਤੇ ਕਦਰਾਂ ਕੀਮਤਾਂ ਨੂੰ ਅਪਣਾਉਣ ਤੋਂ ਹੈ। ਪ੍ਰਸ਼ਨ ਨੰਬਰ 2, ਆਧੁਨਿਕੀਕਰਨ ਦਾ ਪ੍ਰਭਾਵ ਕਿਹਨਾਂ ਉੱਤੇ ਪੈਂਦਾ ਹੈ? ਤਾਂ ਇੱਥੇ ਤੁਹਾਨੂੰ 2 ਨੰਬਰ ਪਾ ਕੇ ਪੈਰੇ ਵਿੱਚ ਮਿਲ ਜਾਵੇਗਾ ਇਸ ਦਾ ਉੱਤਰ। ਇਸ ਦਾ ਪ੍ਰਭਾਵ ਉਹਨਾਂ ਜਾਤੀਆਂ 'ਤੇ ਵੇਖਣ ਨੂੰ ਮਿਲਦਾ ਹੈ ਜਿਨ੍ਹਾਂ ਨੇ ਅਜੋਕੇ ਸਮੇਂ ਵਿੱਚ ਆਪਣੇ ਆਪ ਨੂੰ ਰੂੜੀਵਾਦੀ ਪਰੰਪਰਾਵਾਂ ਵਿੱਚ ਬੰਨ੍ਹ ਕੇ ਰੱਖਿਆ ਹੈ। ਪ੍ਰਸ਼ਨ ਨੰਬਰ 3, ਆਧੁਨਿਕੀਕਰਨ ਕੀ ਪਰਿਵਰਤਨ ਲਿਆਂਦਾ ਹੈ? ਤਾਂ ਇਸ ਦਾ ਆਨਸਰ ਵੀ ਤੁਹਾਨੂੰ ਉੱਪਰ ਲਿਖਿਆ ਮਿਲ ਜਾਵੇਗਾ 3 ਨੰਬਰ ਪਾ ਕੇ। ਆਧੁਨਿਕੀਕਰਨ ਨੇ ਵਿਅਕਤੀਆਂ ਦੇ ਵਿਚਾਰਾਂ, ਪਸੰਦ, ਮਨੋਰੰਜਨ ਦੀਆਂ ਸਹੂਲਤਾਂ ਆਦਿ ਵਿੱਚ ਪਰਿਵਰਤਨ ਲਿਆਂਦਾ ਹੈ। ਨੰਬਰ 4, ਪਰੰਪਰਾਗਤ ਵਿਚਾਰਧਾਰਾ ਦੀ ਥਾਂ ਕਿਸ ਨੇ ਲੈ ਲਈ ਹੈ? ਤਾਂ ਇਸ ਦਾ ਆਨਸਰ ਮਿਲੇਗਾ, ਵਿਗਿਆਨ ਖੋਜਾਂ ਨੇ ਸਮਾਜਿਕ ਰਿਸ਼ਤਿਆਂ ਦੀ ਪੂਰੀ ਵਿਵਸਥਾ ਨੇ ਪਰੰਪਰਾਗਤ ਵਿਚਾਰਧਾਰਾ ਦੀ ਥਾਂ ਲੈ ਲਈ ਹੈ। ਤਾਂ ਇਸ ਤੋਂ ਅੱਗੇ ਮਿਲੇਗਾ, ਆਧੁਨਿਕੀਕਰਨ ਦਾ ਇੱਕ ਉਦਾਹਰਨ ਦਿਓ। ਤਾਂ 5 ਨੰਬਰ ਪ੍ਰਸ਼ਨ ਤੁਹਾਨੂੰ ਨੀਚੇ ਲਿਖਿਆ ਉੱਤਰ ਮਿਲ ਜਾਵੇਗਾ ਇਸ ਦਾ। ਉਦਯੋਗਿਕ ਖੇਤਰ ਵਿੱਚ ਹੱਥੀਂ ਕੰਮਾਂ ਨੂੰ ਮਸ਼ੀਨੀ ਤਾਕਤ ਨੇ ਬਦਲ ਲਿਆ ਹੈ। ਤਾਂ ਇਹ ਆਧੁਨਿਕੀਕਰਨ ਦੀ ਉਦਾਹਰਨ ਹੈ। ਪ੍ਰਸ਼ਨ ਨੰਬਰ 6, ਆਧੁਨਿਕੀਕਰਨ ਦਾ ਉਪਯੋਗ ਸਿਰਫ ਆਰਥਿਕ ਖੇਤਰ ਵਿੱਚ ਹੁੰਦਾ ਹੈ। ਤਾਂ ਇਹ ਸਹੀ ਜਾਂ ਗਲਤ ਹੈ? ਤਾਂ ਇਸ ਦਾ ਆਨਸਰ ਆਵੇਗਾ ਗਲਤ। ਤਾਂ ਇਸ ਤੋਂ ਅੱਗੇ ਮਿਲੇਗਾ ਭਾਗ ਸੱਸਾ। ਤਾਂ ਇੱਥੇ ਛੋਟੇ ਉੱਤਰ ਵਾਲੇ ਪ੍ਰਸ਼ਨ ਕੋਈ 4 ਪ੍ਰਸ਼ਨ ਕਰਨੇ ਹੋਣਗੇ ਜੋ 4-4 ਅੰਕਾਂ ਦੇ ਹੋਣਗੇ। ਤਾਂ ਟੋਟਲ ਤੁਹਾਨੂੰ ਇਸ ਵਿੱਚੋਂ 16 ਅੰਕ ਮਿਲ ਜਾਣਗੇ। ਪਹਿਲਾ ਪ੍ਰਸ਼ਨ ਹੈ, ਸ਼ਹਿਰੀ ਸਮਾਜ ਤੋਂ ਤੁਹਾਡਾ ਕੀ ਭਾਵ ਹੈ? ਇਸ ਦੀਆਂ 2 ਵਿਸ਼ੇਸ਼ਤਾਵਾਂ ਲਿਖੋ। ਤਾਂ ਇਸ ਦਾ ਆਨਸਰ ਹੋਵੇਗਾ, ਸ਼ਹਿਰੀ ਸਮਾਜ ਆਧੁਨਿਕ ਉਦਯੋਗਿਕ ਸਭਿਅਤਾ ਦਾ ਇੱਕ ਅਜਿਹਾ ਜਟਿਲ ਸਮਾਜ ਹੈ ਜੋ ਪਰੰਪਰਾ ਪੱਖੋਂ ਵਿਭਿੰਨ ਪ੍ਰਕਾਰ ਦੇ ਧਰਮ ਨਿਰਪੇਖ ਮੁੱਲਾਂ ਨੂੰ ਮਹੱਤਵ ਦਿੰਦਾ ਹੈ ਅਤੇ ਸਮੂਹਿਕ ਦੀ ਬਜਾਏ ਵਿਅਕਤੀਗਤ ਹੁੰਦਾ ਹੈ। ਆਮ ਤੌਰ 'ਤੇ ਇਹ ਲੋਕ ਸਮਾਜ ਤੋਂ ਭਿੰਨ ਹੁੰਦਾ ਹੈ। ਸ਼ਹਿਰੀ ਸਮਾਜ ਦਾ ਨਿਰਮਾਣ ਤੇਜ਼ੀ ਨਾਲ ਹੋਏ ਉਦਯੋਗਿਕ ਵਿਕਾਸ ਕਾਰਨ ਹੋਇਆ, ਇਸ ਲਈ ਸੁਭਾਅ ਪੱਖੋਂ ਇਸ ਵਿੱਚ ਹਰ ਚੀਜ਼ ਗਤੀਸ਼ੀਲ ਹੁੰਦੀ ਹੈ। ਤਾਂ ਸ਼ਹਿਰੀ ਸਮਾਜ ਦੀਆਂ ਵਿਸ਼ੇਸ਼ਤਾਵਾਂ ਤੁਹਾਨੂੰ ਇੱਥੇ ਹੇਠ ਲਿਖੀਆਂ ਮਿਲ ਜਾਣਗੀਆਂ। ਤਾਂ ਪਹਿਲਾ ਹੈ, ਜਨਸੰਖਿਆ ਦਾ ਆਕਾਰ। ਸ਼ਹਿਰੀ ਸਮਾਜ ਪੇਂਡੂ ਸਮਾਜ ਦੇ ਆਕਾਰ ਵਿੱਚ ਵੱਡਾ ਹੁੰਦਾ ਹੈ। ਸ਼ਹਿਰੀ ਸਮਾਜ ਵਿੱਚ ਦੇਸ਼ ਦੇ ਭਿੰਨ ਰਾਜਾਂ ਤੋਂ ਲੋਕ ਇੱਕ ਚੰਗੇ ਜੀਵਨ ਦੀ ਤਲਾਸ਼ ਵਿੱਚ ਇੱਥੇ ਆਉਂਦੇ ਹਨ ਅਤੇ ਇੱਥੇ ਹੀ ਵੱਸ ਜਾਂਦੇ ਹਨ। ਨੰਬਰ 2, ਗੈਰ ਕਾਸ਼ਤਕਾਰੀ ਕਿੱਤੇ। ਸ਼ਹਿਰਾਂ ਵਿੱਚ ਕਿੱਤੇ ਖੇਤੀ ਤੋਂ ਵੱਖਰੇ ਹਨ। ਸ਼ਹਿਰੀ ਲੋਕ ਉਦਯੋਗਿਕ, ਤਕਨੀਕੀ ਅਤੇ ਭਿੰਨ ਕਿੱਤਿਆਂ ਨਾਲ ਜੀਵਨ ਨਿਰਵਾਹ ਕਰਦੇ ਹਨ। ਨੰਬਰ 3, ਸਮਾਜਿਕ ਪਰਜਿਨਸਤਾ। ਸ਼ਹਿਰਾਂ ਵਿੱਚ ਭਿੰਨ ਜਾਤੀਆਂ, ਧਰਮਾਂ, ਵਰਗਾਂ ਦੇ ਸੱਭਿਆਚਾਰਕ ਪਿਛੋਕੜ ਨਾਲ ਸੰਬੰਧ ਲੋਕ ਸੰਘਣੀ ਨੇੜਤਾ ਵਿੱਚ ਰਹਿੰਦੇ ਹਨ। ਨਤੀਜੇ ਵਜੋਂ ਉਹਨਾਂ ਦੇ ਸਮਾਜਿਕ ਵਿਹਾਰ ਤੋਂ ਸੱਭਿਆਚਾਰ ਦੀ ਰਚਨਾ ਹੁੰਦੀ ਹੈ। ਤਾਂ ਇਸ ਤੋਂ ਅੱਗੇ ਪ੍ਰਸ਼ਨ ਮਿਲੇਗਾ, ਕਬਾਇਲੀ ਸਮਾਜ ਵਿੱਚ ਹੋਏ 4 ਸਮਾਜਿਕ ਪਰਿਵਰਤਨਾਂ ਬਾਰੇ ਲਿਖੋ। ਤਾਂ ਇਸ ਦਾ ਉੱਤਰ ਤੁਹਾਨੂੰ ਇੱਥੇ ਲਿਖਿਆ ਮਿਲ ਜਾਵੇਗਾ, ਕਬਾਇਲੀ ਰਾਜ ਵਿੱਚ ਪਰਿਵਰਤਨ। ਕਬਾਇਲੀ ਲੋਕ ਹੁਣ ਸਮਾਜਿਕ ਅਤੇ ਰਾਜਨੀਤਿਕ ਤੌਰ 'ਤੇ ਜਾਗਰੂਕ ਹੋ ਰਹੇ ਹਨ। ਇਸ ਲਈ ਹੁਣ ਉਹ ਆਪਣੀ ਨਸਲੀ ਅਤੇ ਸੱਭਿਆਚਾਰਕ ਪਛਾਣ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਬਾਹਰਲੀਆਂ ਤਾਕਤਾਂ ਵੱਲੋਂ ਸ਼ੋਸ਼ਿਤ ਹੋਣ ਤੋਂ ਬਚਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ਉਹ ਜੈਵਿਕ ਸੱਭਿਆਚਾਰਕ ਵੱਖਰਤਾ ਦਾ ਸਾਹਮਣਾ ਕਰ ਰਹੇ ਹਨ। ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਤੌਰ 'ਤੇ ਬਹੁਤ ਪਰਿਵਰਤਨ ਆ ਰਹੇ ਹਨ। ਇਹਨਾਂ ਪਰਿਵਰਤਨਾਂ ਨੇ ਦੂਸਰੇ ਸਮੂਹਾਂ, ਜਾਤਾਂ, ਕਬੀਲਿਆਂ, ਸੱਭਿਆਚਾਰਾਂ ਅਤੇ ਧਾਰਮਿਕ ਸਮੂਹ ਦੇ ਵਿਚਕਾਰ ਅੰਤਰ-ਕਿਰਿਆ ਅਤੇ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਹੈ। ਸਮਾਜਿਕ ਤੇ ਸੱਭਿਆਚਾਰਕ ਤੌਰ 'ਤੇ ਬਹੁਤ ਸਾਰੇ ਪਰਿਵਰਤਨ ਆ ਰਹੇ ਹਨ ਜਿਹੜੇ ਹੇਠ ਲਿਖੇ ਅਨੁਸਾਰ ਹਨ। ਤਾਂ ਪਹਿਲਾ ਜੋ ਪਰਿਵਰਤਨ ਆਇਆ ਉਹ ਹੈ ਸਮਾਜਿਕ ਸਤੀਕਰਨ। ਕਬਾਇਲੀ ਸਮਾਜ ਸੰਬੰਧੀ ਬਹੁਤ ਸਾਰੀਆਂ ਖੋਜਾਂ ਨੇ ਇਹ ਸਿੱਧ ਕੀਤਾ ਹੈ ਕਿ ਕਬਾਇਲੀ ਸਮਾਜ ਦੇ ਸਮਾਜਿਕ ਸਤੀਕਰਨ ਵਿੱਚ ਪਰਿਵਰਤਨ ਆ ਰਿਹਾ ਹੈ। ਕਬੀਲਿਆਂ ਨੇ ਹੁਣ ਵਰਗ ਦਾ ਦਰਜਾ ਹਾਸਲ ਕਰ ਲਿਆ ਹੈ। ਉਹ ਭੌਤਿਕ ਚੀਜ਼ਾਂ ਦੀ ਮਲਕੀਅਤ ਨੇ ਨਵੇਂ ਉਪਭੋਗ ਦੇ ਤਰੀਕਿਆਂ ਜਿਵੇਂ ਖਾਣਾ, ਪਹਿਰਾਵਾ, ਘਰ ਆਦਿ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਸਿੱਖਿਆ ਦੇ ਪੱਧਰ, ਧਾਰਮਿਕ ਰੁਚੀਆਂ ਅਤੇ ਰਾਜਨੀਤਿਕ ਜ਼ਿੰਦਗੀ ਵਿੱਚ ਬਦਲਾਅ ਆਇਆ ਹੈ। ਨੰਬਰ 2, ਗੈਰ ਕਾਸ਼ਤਕਾਰੀ ਕਿੱਤੇ।
20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਭਾਰਤੀ ਕਬਾਇਲੀ ਲੋਕਾਂ ਨੇ ਖੇਤੀ ਨੂੰ ਅਪਣਾਇਆ। ਉਸ ਸਮੇਂ ਉਹਨਾਂ ਕੋਲ ਜ਼ਮੀਨ ਕਾਫੀ ਹਿੱਸਾ ਮਲਕੀਅਤ ਵਿੱਚ ਸੀ। ਹਿੰਦੂ ਜਾਤੀ ਦੀ ਆਬਾਦੀ ਵਧਣ ਨਾਲ ਹਿੰਦੂ ਲੋਕਾਂ ਨੇ ਕਬਾਇਲੀ ਜ਼ਮੀਨ ਦਾ ਕਾਫੀ ਹਿੱਸਾ ਹੜਪ ਲਿਆ, ਜਿਸ ਨਾਲ ਕਬਾਇਲੀ ਲੋਕਾਂ ਦੀ ਜ਼ਮੀਨ ਉਹਨਾਂ ਦੇ ਹੱਥੋਂ ਖਿਸਕ ਗਈ। ਸਿੱਟੇ ਵਜੋਂ ਕਬਾਇਲੀਆਂ ਨੇ ਆਪਣੇ ਆਪ ਨੂੰ ਨਿਹੱਥਾ ਮਹਿਸੂਸ ਕੀਤਾ, ਜਿਸ ਕਾਰਨ ਉਹ ਜ਼ਿਮੀਂਦਾਰ ਬਣਨ ਦੀ ਥਾਂ ਨੌਕਰੀਸ਼ੁਦਾ ਕਿਰਤੀ ਬਣਨ ਲੱਗੇ। ਗੈਰ ਖੇਤੀ ਕਿੱਤਿਆਂ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਹੀ ਗੈਰ ਕਾਸ਼ਤਕਾਰੀ ਕਿਹਾ ਜਾਂਦਾ ਹੈ। ਨੰਬਰ 3, ਪ੍ਰਵਾਸ। ਸਮਾਜਿਕ ਮਾਨਵ ਵਿਗਿਆਨੀਆਂ ਦੇ ਅਨੁਸਾਰ ਪਹਿਲਾਂ ਕਬਾਇਲੀ ਲੋਕ ਗਤੀਸ਼ੀਲ ਨਹੀਂ ਹੁੰਦੇ ਸਨ, ਕਿਉਂਕਿ ਉਹਨਾਂ ਵਿੱਚੋਂ ਬਹੁਤ ਹੀ ਘੱਟ ਲੋਕ ਆਪਣੇ ਖੇਤਰ ਤੋਂ ਬਾਹਰ ਜਾਂਦੇ ਸਨ। ਪਰ ਅਜੋਕੇ ਸਮੇਂ ਵਿੱਚ ਰੁਜ਼ਗਾਰ ਦੇ ਭਾਲ ਵਿੱਚ ਕਬਾਇਲੀ ਲੋਕ ਆਪਣੇ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਪ੍ਰਵਾਸ ਕਰ ਗਏ ਹਨ। ਸਰਕਾਰੀ ਨੌਕਰੀਆਂ ਨੇ ਵੀ ਉਹਨਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਜਾਣ ਲਈ ਪ੍ਰੋਤਸਾਹਿਤ ਕੀਤਾ ਹੈ। ਨੰਬਰ 4, ਆਰਥਿਕ ਵਿਵਸਥਾ। ਕਬਾਇਲੀਆਂ ਦੀ ਨਿਰਭਾ ਵਿਵਸਥਾ ਵੀ ਹੁਣ ਬਦਲ ਗਈ ਹੈ। ਪਹਿਲਾਂ ਉਹ ਸਿਰਫ ਜੰਗਲਾਂ ਅਤੇ ਜੰਗਲੀ ਸੋਮਿਆਂ ਉੱਪਰ ਨਿਰਭਰ ਕਰਦੇ ਸਨ। ਉਹ ਸ਼ਿਕਾਰ ਕਰਨ ਅਤੇ ਖਾਣ ਪੀਣ ਦੀਆਂ ਵਸਤੂਆਂ ਨੂੰ ਇਕੱਠਾ ਕਰਨ ਵਿੱਚ ਮਾਹਰ ਸਨ। ਹਿੰਦੂ ਜਾਤੀ ਦੀ ਤਰ੍ਹਾਂ ਉਹਨਾਂ ਕੋਲ ਕੋਈ ਜੱਦੀ ਕਿੱਤਾ ਨਾ ਹੋਣ ਕਾਰਨ ਉਹ ਕਿਸੇ ਵੀ ਸਮੇਂ ਕੋਈ ਵੀ ਕਿੱਤਾ ਚੁਣਨ ਲਈ ਯੋਗ ਬਣ ਗਏ ਹਨ। ਪ੍ਰਸ਼ਨ ਨੰਬਰ 3, ਹਰੀ ਕ੍ਰਾਂਤੀ ਦੇ ਦੋ ਸਕਾਰਾਤਮਕ ਅਤੇ 2 ਨਕਾਰਾਤਮਕ ਪੱਖ ਲਿਖੋ। ਤਾਂ ਹਰੀ ਕ੍ਰਾਂਤੀ ਦੇ 2 ਸਕਾਰਾਤਮਕ ਪ੍ਰਭਾਵ। ਪਹਿਲਾ, ਅਨਾਜ ਦੇ ਉਤਪਾਦਨ ਵਿੱਚ ਵਾਧਾ। ਨਵੀਂ ਨੀਤੀ ਦੇ ਪ੍ਰਮੁੱਖ ਸਫਲਤਾ ਅਨਾਜ ਜਿਵੇਂ ਕਣਕ ਅਤੇ ਝੋਨੇ ਆਦਿ ਦੇ ਉਤਪਾਦਨ ਵਿੱਚ ਵਾਧਾ ਸੀ। ਕਣਕ ਤੋਂ ਝੋਨੇ ਦਾ ਉਤਪਾਦਨ ਅਨੁਪਾਤ 1960-1961 ਵਿੱਚ 1/3 ਤੋਂ ਵੱਧ ਕੇ 1999-2000 ਵਿੱਚ 84 ਹੋ ਗਿਆ। ਇਸ ਦਾ ਅਰਥ ਹੋਇਆ ਕਿ ਝੋਨਾ ਦੇਸ਼ ਲਈ ਇੱਕ ਮਹੱਤਵਪੂਰਨ ਅਨਾਜ ਹੈ। ਕਣਕ ਦੇ ਉਤਪਾਦਨ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਹਰੀ ਕ੍ਰਾਂਤੀ ਦੇ ਮੋਟੇ ਅਨਾਜਾਂ ਮੱਕੀ, ਜਵਾਰ ਆਦਿ ਫਸਲਾਂ ਉੱਪਰ ਅਸਰ ਘੱਟ ਹੀ ਹੋਇਆ। ਨੰਬਰ 2, ਵਪਾਰਿਕ ਫਸਲਾਂ ਦੇ ਉਤਪਾਦਨ ਵਿੱਚ ਵਾਧਾ। ਹਰੀ ਕ੍ਰਾਂਤੀ ਸਿੱਧੇ ਰੂਪ ਵਿੱਚ ਭੋਜਨ ਉਤਪਾਦਾਂ ਦੇ ਵਾਧੇ, ਜੋ ਮੱਕੀ ਅਤੇ ਦਾਲਾਂ ਆਦਿ ਨਾਲ ਸੰਬੰਧਿਤ ਸੀ। ਸ਼ੁਰੂ ਵਿੱਚ ਇਸ ਦਾ ਵਪਾਰਿਕ ਜਾਂ ਪੈਸੇ ਕਮਾਉਣ ਵਾਲੀ ਫਸਲਾਂ ਜਿਵੇਂ ਗੰਨਾ, ਕਪਾਹ, ਪਟਸਨ, ਤੇਲ ਅਤੇ ਬੀਜ ਆਲੂਆਂ 'ਤੇ ਬਹੁਤ ਪ੍ਰਭਾਵ ਨਹੀਂ ਪਿਆ। ਗੰਨੇ ਦੀ ਉਪਜ ਦੇ ਇਸ ਮਹੱਤਵਪੂਰਨ ਪ੍ਰਭਾਵ 1973-1974 ਤੋਂ ਬਾਅਦ ਹੋਇਆ। ਐਵੇਂ ਹੀ ਇਸ ਤੋਂ ਬਾਅਦ ਹੀ ਨਕਦੀ ਫਸਲਾਂ, ਤੇਲ ਬੀਜ ਅਤੇ ਆਲੂਆਂ ਉੱਪਰ ਵੀ ਇਸ ਦਾ ਬਹੁਤ ਪ੍ਰਭਾਵ ਦੇਖਣ ਨੂੰ ਮਿਲਿਆ। ਹਰੀ ਕ੍ਰਾਂਤੀ ਦੇ ਨਕਾਰਾਤਮਕ ਪ੍ਰਭਾਵ। ਨਵੀਂ ਖੇਤੀਬਾੜੀ ਤਕਨੀਕ ਨੇ ਕਿਸਾਨਾਂ ਨੂੰ ਮੰਡੀਆਂ 'ਤੇ ਨਿਰਭਰ ਕਰ ਦਿੱਤਾ। ਕਿਸਾਨ ਖੇਤੀਬਾੜੀ ਦੇ ਨਿਵੇਸ਼ ਅਤੇ ਉਤਪਾਦਨ ਲਈ ਪੂਰੀ ਤਰ੍ਹਾਂ ਮੰਡੀ 'ਤੇ ਹੀ ਨਿਰਭਰ ਹੋ ਗਏ, ਜਿਸ ਨਾਲ ਹਰੀ ਕ੍ਰਾਂਤੀ ਦੇ ਕੁਝ ਨਕਾਰਾਤਮਕ ਪ੍ਰਭਾਵ ਪਏ, ਜਿਸ ਦਾ ਵਿਸਤਾਰਪੂਰਨ ਵਰਣਨ ਹੇਠ ਲਿਖੇ ਅਨੁਸਾਰ ਹੈ। ਨੰਬਰ ਪਹਿਲਾ, ਭਾਰਤ ਵਿੱਚ ਪੂੰਜੀਵਾਦੀ ਕਾਸ਼ਤਕਾਰੀ ਦਾ ਵਿਕਾਸ। ਨਵੀਂ ਖੇਤੀਬਾੜੀ ਨੀਤੀ ਕਰਕੇ ਬੀਜਾਂ, ਖਾਦਾਂ, ਕੀਟਨਾਸ਼ਕਾਂ ਨੇ ਪਾਣੀ ਲਈ ਭਾਰੀ ਨਿਵੇਸ਼ ਦੀ ਲੋੜ ਪਈ। ਇਹ ਭਾਰੀ ਨਿਵੇਸ਼ ਛੋਟੇ ਤੇ ਮੱਧ ਵਰਗੀ ਕਿਸਾਨਾਂ ਦੇ ਵੱਸੋਂ ਬਾਹਰੀ ਗੱਲ ਸੀ। ਇਸ ਕਾਰਨ ਭਾਰਤ ਵਿੱਚ ਪੂੰਜੀਵਾਦੀ ਕਾਸ਼ਤਕਾਰੀ ਵਿੱਚ ਵਾਧਾ ਹੋਇਆ ਅਤੇ ਧਨ ਸਿਰਫ 6% ਪਿੰਡਾਂ ਦੇ ਵੱਡੇ ਕਿਸਾਨਾਂ ਦੇ ਹੱਥ ਵਿੱਚ ਸਿਮਟ ਕੇ ਰਹਿ ਗਿਆ। ਗਰੀਬ ਤੇ ਮੱਧ ਵਰਗੀ ਕਿਸਾਨਾਂ ਨੂੰ ਹਰੀ ਕ੍ਰਾਂਤੀ ਦਾ ਬਹੁਤ ਲਾਭ ਨਾ ਹੋ ਸਕਿਆ। ਨੰਬਰ 2, ਭਾਰਤੀ ਖੇਤੀਬਾੜੀ ਵਿੱਚ ਸੰਸਥਾਗਤ ਸੁਧਾਰਾਂ ਨੂੰ ਔਖੇ ਪਰੋਖੇ ਕਰਨਾ। ਨਵੀਂ ਖੇਤੀਬਾੜੀ ਨੀਤੀ ਖੇਤੀਬਾੜੀ ਸੰਸਥਾਵਾਂ ਦੇ ਸੁਧਾਰ ਦੀ ਲੋੜ ਨੂੰ ਨਹੀਂ ਪਛਾਣ ਸਕੀ। ਬਹੁਤ ਸਾਰੇ ਕਿਸਾਨਾਂ ਕੋਲ ਮਲਕੀਅਤ ਦਾ ਅਧਿਕਾਰ ਨਹੀਂ ਸੀ। ਨਵੇਂ ਪੈਮਾਨੇ ਅਨੁਸਾਰ ਬਹੁਤ ਸਾਰੇ ਪਹਿਲਾਂ ਹੀ ਬੇਦਖਲ ਹੋ ਚੁੱਕੇ ਸਨ। ਨਤੀਜੇ ਵਜੋਂ ਕਾਸ਼ਤਕਾਰਾਂ, ਛੋਟੇ ਕਿਸਾਨਾਂ ਨੂੰ ਵੱਡੇ ਜ਼ਿਮੀਂਦਾਰਾਂ ਨਾਲ ਵਟਾਈ ਤੇ ਖੇਤੀ ਕਰਨ ਲਈ ਮਜਬੂਰ ਹੋਣਾ ਪਿਆ। ਤਾਂ ਇਸ ਭਾਗ ਦਾ ਲਾਸਟ ਪ੍ਰਸ਼ਨ ਹੈ, ਜੋ ਕਿ ਨੰਬਰ 4, ਸ਼ਰਾਬਖੋਰੀ ਦੇ 4 ਹਾਨੀਕਾਰਕ ਪ੍ਰਭਾਵਾਂ ਦਾ ਵਰਣਨ ਕਰੋ। ਤਾਂ ਇਸ ਦਾ ਆਨਸਰ ਇੱਥੇ ਲਿਖਿਆ ਮਿਲ ਜਾਵੇਗਾ। ਸ਼ਰਾਬਖੋਰੀ ਦੇ ਹਾਨੀਕਾਰਕ ਪ੍ਰਭਾਵ ਹੇਠ ਲਿਖੇ ਅਨੁਸਾਰ ਹਨ।
ਸ਼ਰਾਬਖੋਰੀ ਨਾਲ ਵਿਅਕਤੀ ਆਪਣੇ ਦੇਸ਼ ਦੇ ਪੈਸੇ ਖਰਾਬ ਹੁੰਦੇ ਹਨ। ਵਿਅਕਤੀ ਤੇ ਦੇਸ਼ ਦੇ ਪੈਸੇ ਖਰਾਬ ਹੁੰਦੇ ਹਨ। ਵੱਧ ਸ਼ਰਾਬ ਪੀਣ ਨਾਲ ਵਿਅਕਤੀ ਦੀ ਸਿਹਤ ਖਰਾਬ ਹੋ ਜਾਂਦੀ ਹੈ ਅਤੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਵੱਧ ਸ਼ਰਾਬ ਪੀਣ ਨਾਲ ਵਿਅਕਤੀ ਵਿੱਚ ਕੰਮ ਕਰਨ ਦੀ ਸਮਰੱਥਾ ਦੀ ਘੱਟ ਜਾਂਦੀ ਹੈ। ਵੱਧ ਸ਼ਰਾਬ ਪੀਣ ਵਾਲੇ ਵਿਅਕਤੀ ਦਾ ਦਿਮਾਗ ਤੇ ਉਸ ਦੇ ਨਿਯੰਤਰਣ ਵਿੱਚ ਨਹੀਂ ਰਹਿੰਦਾ ਤੇ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਸ਼ਰਾਬ ਦੇ ਪ੍ਰਭਾਵ ਅਧੀਨ ਲੋਕ ਕਈ ਪ੍ਰਕਾਰ ਦੇ ਅਪਰਾਧ ਵੀ ਕਰ ਬੈਠਦੇ ਹਨ, ਜਿਵੇਂ ਕਿ ਕਤਲ, ਚੋਰੀ ਆਦਿ। ਸ਼ਰਾਬ ਪੀਣ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ ਤੇ ਗਰੀਬੀ ਵੀ ਵੱਧ ਜਾਂਦੀ ਹੈ। ਤਾਂ ਭਾਗ ਸੱਸੇ ਵਿੱਚ ਤੁਹਾਨੂੰ ਕੋਈ 4 ਪ੍ਰਸ਼ਨ ਨੂੰ ਕਰਨ ਨੂੰ ਕਹੇ ਸਨ, ਤਾਂ ਇੱਥੇ ਪਹਿਲੇ 4 ਪ੍ਰਸ਼ਨ ਅਸੀਂ ਕਰ ਚੁੱਕੇ ਹਾਂ। ਤਾਂ ਇਸ ਤੋਂ ਅੱਗੇ ਹੋਵੇਗਾ ਭਾਗ ਹਾਹਾ। ਤਾਂ ਇੱਥੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹਨ, ਜੋ ਕਿ ਪਹਿਲਾ ਪ੍ਰਸ਼ਨ ਹੈ, ਝੁੱਗੀ ਝੌਂਪੜੀ ਬਸਤੀ ਕਿਸ ਨੂੰ ਕਹਿੰਦੇ ਹਨ? ਘਰਾਂ ਦੀਆਂ ਸਮੱਸਿਆ ਦੇ 3 ਪ੍ਰਮੁੱਖ ਕਾਰਨ ਕਿਹੜੇ ਹਨ? ਤਾਂ ਇਸ ਦੇ ਨਾਲ ਹੀ ਤੁਹਾਨੂੰ ਜਾਂ ਦੀ ਆਪਸ਼ਨ ਨਾਲ ਪ੍ਰਸ਼ਨ ਮਿਲੇਗਾ, ਜਾਤੀ ਤੋਂ ਤੁਸੀਂ ਕੀ ਸਮਝਦੇ ਹੋ? ਜਾਤੀ ਤੇ ਵਰਨ ਵਿੱਚ ਅੰਤਰ ਹੈ, ਕੀ ਅੰਤਰ ਹੈ? ਪ੍ਰਸ਼ਨ ਨੰਬਰ 2, ਵਿਸ਼ਵੀਕਰਨ ਉੱਤੇ ਵਿਸਤ੍ਰਿਤ ਟਿੱਪਣੀ ਕਰੋ। ਤਾਂ ਇਸ ਦੇ ਨਾਲ ਜਾਂ ਦੀ ਆਪਸ਼ਨ ਨਾਲ ਮਿਲੇਗਾ, ਵਿਰਲਕ ਸਮਰੱਥਾ ਵਿਅਕਤੀਆਂ ਨੂੰ ਕਿਸ ਪ੍ਰਕਾਰ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ? ਇਹ ਸਾਰੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹਨ। ਤਾਂ ਇਹ ਤੁਹਾਨੂੰ 6 ਅੰਕਾਂ ਦੇ ਮਿਲਣਗੇ। ਤਾਂ ਇਹ ਤੁਸੀਂ ਆਪਣੀ ਪੁਸਤਕ ਵਿੱਚ ਲੱਭ ਕੇ ਕਰ ਸਕਦੇ ਹੋ। ਤਾਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਤਾਂ ਅਸੀਂ ਤੁਹਾਨੂੰ ਮਿਲਦੇ ਹਾਂ ਨਵੀਂ ਵੀਡੀਓ ਵਿੱਚ।